श्री वाहिगुरु साहिब जी। पैरा महला पंजवा। नाम हमारा अंतरजामी, नाम हमारा आवे कामी। रोम रोम रविया हर नाम, सतगुर पूरै कीनो दान। नाम हमारा अंतरजामी। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुग अटल शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रोम गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। पैरा महला पंजवा। भैरों राग विच सतगुरु पंजवें पातशाह शहीदां दे सरताज, शांति दे सोमे, गुरबाणी दे रचनहार, धन धन श्री गुरु अर्जन देव साहिब जी महाराज। नाम दी महत्ता, नाम दी महिमा सो इस शब्द दे विच कथन कर रहे हन। नाम हमारा अंतरजामी। ये भाई साडे लिए परमात्मा का नाम ही अंदर दी जानन वाला है, या अंतरजामी परमात्मा का नाम ही साडे हिरदे विच वसदा है, या नाम प्रसिद्ध स्वरूप परमात्मा ही साडे अंदर दी जानन वाला है। नाम हमारा आवे कामी। परमात्मा का नाम ही साडे लई लोक परलोक दे विच काम होने वाला है। रोम रोम रविया हर नाम। गुरमुख रोम रोम हर ध्यावै। सो ਜਿਹੜੇ मुखी गुरु साहब जी ਹਨ ਉਹ रोम रोम करके परमात्मा का नाम ਧਿਆਉਂਦੇ ਨੇ। ਸਾਡੇ रोम रोम ਦੇ ਵਿੱਚ परमात्मा का नाम पसरिया है। ਅਸੀਂ रोम रोम करके हरि नाम ਨੂੰ ਰਵਿਆ उचारण करते हैं। सतगुर पूरा कीनो दान। पूरन सतगुरां ने ये नाम सानू दान दे विच देना कीता है, क्योंकि इहदा मुल आपां तार ही नहीं सकते। ऐसो हीरा निर्मल नाम जास जबद पूरन सब काम रहाओ। ये जिहड़ा नाम है इहो जिहा हीरा है। वैसे दुनियावी उदाहरण ही आपां दे सकते हैं।
ਪਰ ਹੀਰਿਆਂ ਦਾ ਵੀ ਮੁੱਲ ਹੁੰਦਾ ਹੈ। 8 ਲੱਖ 10 ਲੱਖ ਦੇ ਡਾਇਮੰਡ ਨੇ, ਹੀਰਿਆਂ ਬਦਲੇ ਹੀਰੇ, ਲਾਲਾਂ ਬਦਲੇ ਲਾਲ ਮਿਲ ਜਾਂਦੇ ਨੇ, ਪਰ ਮਹਾਰਾਜ ਦਾ ਨਾਮ ਇਹੋ ਜਿਹਾ ਹੀਰਾ ਹੈ। ਜਿਹੜੇ ਹੀਰੇ ਮੋਤੀ ਜਵਾਹਰਾਤ ਨੇ, ਕੋਹਿਨੂਰ ਹੀਰੇ ਨੇ ਤੇ ਬਹੁਤ ਬਿਪਤਾ ਪਾ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀਗਾ, ਅੱਜ ਕੱਲ੍ਹ ਕਹਿੰਦੇ ਬ੍ਰਿਟਿਸ਼ ਦੇ ਵਿੱਚ ਹੈ। ਸੋ ਰਹੋ ਵਿਚਾਰ, ਇਹ ਜਿਹੜਾ ਨਾਮ ਹੈ ਇਹ ਚਿੰਤਾ ਨਹੀਂ ਪਾਉਂਦਾ, ਇਹ ਬਿਪਤਾ ਨਹੀਂ ਪਾਉਂਦਾ, ਇਹ ਸਗੋਂ ਕੰਮ ਪੂਰੇ ਕਰਦਾ, ਦੁੱਖ ਕਲੇਸ਼ ਦਾ ਨਾਸ਼ ਕਰਦਾ ਹੈ। ਕਿਸੇ ਦੁਨਿਆਵੀ ਮੁੱਲ ਬਦਲੇ ਨਹੀਂ ਮਿਲਦਾ, ਮਨ ਨੂੰ ਸ਼ਾਂਤੀ ਦਿੰਦਾ ਹੈ। ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤੇ ਕਹਿਣ ਲੱਗਾ, ਜੀ ਮਹਾਰਾਜ ਮੈਂ ਤਾਂ ਮਰ ਚੱਲਿਆ, ਇੱਕ ਵੀ ਕਦਮ ਇੱਥੋਂ ਤੁਰਿਆ ਨਹੀਂ ਜਾਂਦਾ। ਸਤਿਗੁਰੂ ਜੀ ਕਹਿੰਦੇ ਕੋਈ ਨਾ, ਥੋੜਾ ਜਿਹਾ ਚੱਲ, ਅੱਗੇ ਨਗਰ ਆਵੇਗਾ, ਉੱਥੇ ਭੋਜਨ ਛਕ ਲਵੀਂ। ਕਹਿੰਦਾ ਜੀ ਨਗਰ ਆ ਗਿਆ, ਮੈਂ ਕੀ ਕਰੂੰਗਾ, ਮੇਰੇ ਕੋਲ ਕਿਹੜਾ ਪੈਸੇ ਨੇ, ਇਸ ਤਰ੍ਹਾਂ ਥੋੜੀ ਕੋਈ ਭੋਜਨ ਛਕਾਉਂਦਾ ਹੈ। ਮਹਾਰਾਜ ਕਹਿੰਦੇ ਚੱਲ ਤਾਂ ਸਹੀ, ਜਿੱਥੇ ਪਟਨਾ ਸਾਹਿਬ ਦੀ ਧਰਤੀ ਹੈ ਉਸ ਦਾ ਨਾਮ ਸੀ ਬਿਸ਼ੰਬਰਪੁਰ। ਜਦੋਂ ਆਇਆ ਮਹਾਰਾਜ ਕਹਿੰਦੇ ਜਾ ਭਾਈ ਮਰਦਾਨਿਆ ਤੂੰ ਕੁਝ ਖਾ ਪੀਆ। ਕਹਿੰਦਾ ਜੀ ਮੇਰੇ ਪੱਲੇ ਤਾਂ ਕੱਖ ਨਹੀਂ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਮਰਦਾਨਾ ਜੀ ਤੇਰੇ ਕੋਲ ਸਭ ਕੁਛ ਹੈ। ਕਹਿੰਦਾ ਜੀ ਮੁੱਲ ਦੇ ਕੇ ਫੇਰ ਹੀ ਭੋਜਨ ਮਿਲੇਗਾ। ਮਰ ਨੇ ਪੈਰ ਮਾਰਿਆ, ਚਰਨ ਮਾਰਿਆ ਧਰਤੀ 'ਚ, ਰੇਤ ਜੀ ਪਰੇ ਕਰਕੇ ਕਹਿੰਦੇ ਆ ਲੈ ਚੁੱਕ ਲਾ। ਬੜਾ ਬੇਕੀਮਤ ਦਾ ਲਾਲ ਉਹਦੇ ਵਿੱਚੋਂ ਮਹਾਰਾਜ ਨੇ ਕੱਢ ਕੇ ਮਰਦਾਨਾ ਜੀ ਨੂੰ ਚੁਕਾਇਆ। ਤੁਸੀਂ ਸੱਚ ਨਹੀਂ ਮੰਨਣਾ, ਬਿਸ਼ੰਬਰਪੁਰ ਪਟਨਾ ਸਾਹਿਬ ਦੇ ਵਿੱਚ ਜ਼ੌਰੀਆਂ ਵਾਲਾ ਬਾਜ਼ਾਰ ਅੱਜ ਵੀ ਵੱਜਦਾ ਹੈ। ਹਰੇਕ ਬਾਜ਼ਾਰ ਦੇ ਵਿੱਚ ਹਰੇਕ ਦੁਕਾਨ ਤੇ ਗਿਆ, ਕੋਈ ਪੈਸਾ ਕੋਈ 2 ਪੈਸੇ ਕੀਮਤ ਪਾਏ, ਕਿਉਂਕਿ ਬਿਨ ਗਾਹਕ ਗੁਣ ਵੇਚੀ ਹੈ ਤੋ ਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਵਿਕਾਏ। ਮਰਦਾਨਾ ਜੀ ਨੂੰ ਪਤਾ ਸੀਗਾ ਕਿ ਚੀਜ਼ ਬੜੀ ਬੇਕੀਮਤੀ ਹੈ, ਪਰ ਇਹ ਲੋਕ ਅਣਜਾਣ ਨੇ, ਉਹਨੇ ਨਹੀਂ ਵੇਚਿਆ। ਫਿਰ ਇੱਕ ਜਾਣਕਾਰ ਜੌਹਰੀ ਸੀਗਾ, ਉਹ ਕਹਿੰਦੇ ਵੀ ਤੂੰ ਸਾਲਸਰਾਏ ਕੋਲ ਚਲਾ ਜਾ, ਜਿੱਥੇ ਤਖਤ ਸਾਹਿਬ ਹੈ ਉੱਥੇ ਉਹਦੀ ਹਵੇਲੀ ਸੀਗੀ। ਭਾਈ ਸਾਹਿਬ ਉੱਥੇ ਚਲੇ ਗਏ, ਉਹਨੇ 100 ਰੁਪਈਆ ਦਰਸ਼ਨੀ ਭੇਟਾ ਹੀ ਦੇ ਦਿੱਤੀ, ਕਿਉਂਕਿ ਉਹ ਲਾਲ ਨਹੀਂ ਸੀਗਾ, ਉੱਥੇ ਵਾਹਿਗੁਰੂ ਦਾ ਨਾਮ ਸੀਗਾ। ਦਰਸ਼ਨ ਕਰਦਿਆਂ ਸਾਰੀ 100 ਰੁਪਈਆ ਕਹਿੰਦਾ ਵੀ ਆ ਲੈ ਦਰਸ਼ਨੀ ਭੇਟਾ, ਪਰ ਇਹਦਾ ਮੁੱਲ ਨਹੀਂ ਮੇਰੇ ਪਾਸ ਹੈ। ਮੈਂ ਘਰ ਵੀ ਤੈਨੂੰ ਦੇ ਦੇਵਾਂ, ਦੁਕਾਨ ਵੀ ਦੇ ਦੇਵਾਂ, ਤਾਂ ਵੀ ਇਹਦਾ ਮੁੱਲ ਨਹੀਂ ਪਾ ਸਕੂੰਗਾ, ਤੇ ਤੂੰ ਆਪਦਾ 100 ਰੁਪਈਆ ਲੈ ਤੇ ਕੰਮ ਕਰ। ਮਰਦਾਨਾ ਜੀ ਬੜੇ ਖੁਸ਼ ਹੋਏ। ਭਾਈ ਸਾਹਿਬ ਜੀ ਜਦ ਗੁਰੂ ਸਾਹਿਬ ਕੋਲ ਆਏ, ਮਹਾਰਾਜ ਕਹਿੰਦੇ ਮਰਦਾਨਾ ਜੀ ਤੂੰ ਦੱਸ, ਚੀਜ਼ ਆਪਾਂ ਵੇਚੀ ਨਹੀਂ, ਰੁਪਈਆ 100 ਆਪਾਂ ਲੈ ਲਿਆ, ਇਹ ਗੱਲ ਸਹੀ ਹੈ ਕਿ ਗਲਤ ਹੈ? ਕਹਿੰਦਾ ਜੀ ਗਲਤ ਹੈ। ਕਹਿੰਦੇ ਇਉਂ ਕਰ ਵੀ 100 ਰੁਪਈਆ ਨੂੰ ਵਾਪਸ ਕਰ ਯਾਰ, ਜਾਂਦਾ ਸਾਡੀ ਚੀਜ਼ ਵਿਕੀ ਹੋਵੇ ਤੇ ਉਹਦਾ ਆਪਾਂ ਮੁੱਲ ਵਟਿਆ ਹੋਵੇ, ਚੀਜ਼ ਵੀ ਸਾਡੇ ਕੋਲ ਹੈ, ਪੈਸੇ ਵੀ ਆਪਾਂ ਲੈ ਲਏ, ਗੱਲ ਨਹੀਂ ਨਾ ਬਣਦੀ। ਉਹ ਲਵੇ ਕੋਈ ਨਾ। 7 ਫੇਰੇ ਮਰਦਾਨਾ ਜੀ ਦੇ ਇਸ ਤਰ੍ਹਾਂ ਮਹਾਰਾਜ ਨੇ ਲਵਾਏ। ਆਖਰ ਉਹ ਹੰਭ ਗਿਆ ਤੇ 100 ਰੁਪਈਆ ਸਾਲਸਰਾਏ ਜੌਹਰੀ ਦੇ ਘਰ ਸੁੱਟ ਕੇ ਕਹਿਣ ਲੱਗਾ ਕਿ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਪਰ ਮੇਰਾ ਮਾਲਕ ਪੈਸੇ ਨਹੀਂ ਲੈਂਦਾ। ਫਤਿਹ ਬੁਲਾ ਕੇ ਤੁਰ ਆਇਆ, ਪੁੱਛ ਲਿਆ ਸਾਲਸਰਾਏ ਨੇ ਕਿ ਉਹ ਕਿੱਥੇ ਬੈਠੇ ਨੇ। ਮਤਲਬ ਜਿਹੜੇ ਇੰਨੇ ਤਿਆਗ ਵਿਰਾਗ ਵਾਲੇ ਨੇ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ।
ਮਰਦਾਨਾ ਜੀ ਨਾਲ ਅਧਰਕਾ ਸੇਵਕ ਨੇ ਆਪਣਾ ਭੇਜਿਆ ਕਿ ਗੁਰੂ ਸਾਹਿਬ ਨੂੰ ਰੋਕੇਂਗੇ ਤੇ ਤੁਰ ਨਾ ਜਾਣ। ਮੈਂ ਭੇਟਾ ਲੈ ਕੇ ਆਉਂਦਾ ਹਾਂ। ਉਹਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਚੰਗਾ ਸੋਹਣਾ ਬੜਾ ਥਾਲ ਸਜਾ ਕੇ ਗੁਰੂ ਸਾਹਿਬ ਦੇ ਕੋਲ ਲੈ ਕੇ ਆ ਗਿਆ। ਇਹਨੇ ਚ ਇਹਨੂੰ ਅਧਰਕੇ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ ਦਿੱਤਾ। ਥੋੜੇ ਸਮੇਂ ਜੀ ਨੇ ਹੱਲ ਕਰ ਦਿੱਤਾ। ਫਿਰ ਜਦ ਪ੍ਰਸ਼ਾਦੀ ਦਾ ਥਾਲ ਰੱਖ ਕੇ ਮੱਥਾ ਟੇਕਿਆ, ਗੁਰੂ ਸਾਹਿਬ ਕਹਿਣਗੇ ਲੈ ਭਾਈ ਮਰਦਾਨਿਆ ਤੂੰ ਪਾਸੇ ਹੋ ਕੇ ਭੋਜਨ ਛਕ ਲੈ। ਕਹਿੰਦਾ ਜੀ ਨਹੀਂ ਮਹਾਰਾਜ, ਮੈਂ ਇੰਨਾ ਵੀ ਮਾੜਾ ਨਹੀਂ ਆ। ਠੀਕ ਮੈਨੂੰ ਭਾਵੇਂ ਭੁੱਖ ਲੱਗੀ ਹੈ, ਪਰ ਤੁਸੀਂ ਤਾਂ ਭੋਗ ਲਾਇਆ ਨਹੀਂ। ਪ੍ਰਸ਼ਾਦ ਤਾਂ ਤੁਹਾਡੇ ਲਈ ਆਇਆ ਹੈ ਤੇ ਮੈਂ ਤੁਹਾਡੇ ਤੋਂ ਪਹਿਲਾਂ ਕਿਵੇਂ ਛਕ ਲਵਾਂ। ਮਹਾਰਾਜ ਕਹਿੰਦੇ ਕੋਈ ਨਹੀਂ, ਜਦ ਮੈਂ ਕਹਿ ਰਿਹਾ ਭੋਗ ਤਾਂ ਗੁਰੂ ਨੂੰ ਲੱਗਣਾ ਨਾ, ਤੇ ਗੁਰੂ ਕਹਿ ਰਿਹਾ ਤੂੰ ਖਾ। ਆਪਾਂ ਥੋੜੇ ਬਚਨ ਕਰਨੇ ਆ, ਸਾਨੂੰ ਥੋੜੀ ਦੇਰ ਲੱਗ ਸਕਦੀ ਹੈ, ਅਸੀਂ ਬ੍ਰਹਮ ਗਿਆਨ ਦੇ ਬਚਨ ਕਰਨੇ ਨੇ। ਤੂੰ ਆਪਦਾ ਪ੍ਰਸ਼ਾਦਾ ਛਕ। ਕਹਿੰਦਾ ਜੀ ਨਹੀਂ ਮਹਾਰਾਜ, ਮੈਂ ਤੁਹਾਡੇ ਤੋਂ ਬਗੈਰ ਕਿਵੇਂ ਛਕੂੰਗਾ। ਮਹਾਰਾਜ ਕਹਿੰਦੇ ਚੰਗਾ ਫਿਰ ਇਉਂ ਕਰਦਾ, ਮੈਂ ਆਪਦਾ ਹਿੱਸਾ ਵੱਖਰਾ ਕੱਢ ਦਿੰਦਾ। ਤੂੰ ਇਉਂ ਕਰ, ਮੇਰਾ ਹਿੱਸਾ ਵੱਖਰਾ ਕਰ ਦੇ, ਆਹ ਸਾਲਸਰਾਏ ਜੌਹਰੀ ਦਾ ਹਿੱਸਾ ਵੱਖਰਾ ਕੱਢ ਦੇ, ਅਦਰਕੇ ਦਾ ਹਿੱਸਾ ਵੱਖਰਾ ਕੱਢ ਦੇ ਤੇ ਤੂੰ ਆਪ ਛਕ ਲੈ। ਇਹ ਮਹਾਰਾਜ ਨੇ ਮਰਦਾਨਾ ਜੀ ਨੂੰ ਭੋਜਨ ਛਕਣ ਲਈ ਹੁਕਮ ਕੀਤਾ। ਸਾਲਸਰਾਏ ਜੌਹਰੀ ਨੂੰ ਕਹਿਣ ਲੱਗੇ, ਹੇ ਜੌਹਰੀ ਤੂੰ ਇੰਨਾ ਸਿਆਣਾ ਹੋ ਕੇ ਪੱਥਰਾਂ ਦੀ ਕੀਮਤ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ, ਜੋ ਰੱਬ ਨੇ ਤੇਰੇ ਹਿਰਦੇ ਵਿੱਚ ਹੀਰੇ ਤੋਂ ਵੀ ਅਮੁੱਲਕ ਵਾਹਿਗੁਰੂ ਨਾਮ ਬਖਸ਼ਿਆ, ਉਹਦੀ ਤੂੰ ਪਹਿਚਾਣ ਹੀ ਨਹੀਂ ਕਰਦਾ। नौ निध अमृत प्रभ का नाम देही मैं इसका विश्राम। कीर्तन निर्मोलक हीरा आनंद गुणी गहीरा, अनहद बाणी पूंजी संतन हथ राखी पूंजी। किसी बिरले नूं इसकी पहचान है। इहो महाराज ने सालसराए जौहरी ते किरपा की, उन्होंने भी ब्रह्म ज्ञान बख्शिया, मंजी बख्शी। आखिया तेरा सेवक तेरे नालों वध प्यार वाला शरधा वाला है। मंजी तैनू देनी सी, पर तेनों मालक जान के सत्कार दिंदे आ। आप तो बाद आपदे किसी धी पुत नूं गद्दी ते नहीं बिठाउणा, आपदे सेवक नूं ही गद्दी देनी है। इयों महाराज ने सालसराए जौहरी नूं वाहिगुरु नाम की महिमा प्रगट करके दिखाई सीगी। ते मरदाना जी नूं भी आख्या मरदाने लाल नहीं है, ये वाहिगुरु नाम है। गज के आखो सतनाम श्री वाहिगुरु। इयों साडे रोम रोम दे विच वाहिगुरु नाम पसरिया है, जो साडे लोक परलोक दे विच काम आने वाला है। यही साडी रोजी है, यही साडी रोटी है, यही साडे कपड़े ने, यही साडी पॉकेट मनी है, यही साडा घर बार है, यही साडा फ्रिज टीवी, यही साडा गड्डियां मोटरां आवाजाई का साधन। लोग जहाज से चढ़ने वास्ते 50-50 लाख रुपया हथ च फड़ के तुरे फिरते हैं, फिर बेचारे धक्के खा के घर नूं मुड़ आउंदे। पर महाराज दा जो जपजी साहब है, गुरु साहब की बाणी कथा कीर्तन वेखो, ਸਿੰਘਾਂ नूं पढ़न वालियां नूं विचारन वालियां नूं पंछियां दी तरह इत्थे भी उड़ाई फिरदी है, ते परलोक दे विच भी जीवात्मा खंभां दी तरह, जिस तरह खंभ लगे होंदे पंछी नूं, इस तरह उड़ के जाके गुरु नानक साहब दे चरनां च पहुंचेगी। क्योंकि गुरप्रताप सूरज ग्रंथ विच महाराज ने दृष्टांत दिता है कि बाणी बाणा पंख पछाणो, सिंह गुरु दा पंछी जाणो। एक बाणी ते एक बाणा, ये खंभ ने गुरसिख दे, ਜਿਹਦੇ ਨਾਲ ਉੱਡ ਜਾ ਕੇ ਆਪਦੇ ਗੁਰੂ ਦੇ ਚਰਨਾਂ ਵਿੱਚ ਪਹੁੰਚਿਆ ਜਾ ਸਕਦਾ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਦ ਮੜਾਈ, ਜਿੱਥੋਂ ਇਹ ਧੁਰ ਕੀ ਬਾਣੀ, ਇਹ ਮਹਾਰਾਜ ਦਾ ਨਾਮ ਸੱਚਖੰਡ ਦਰਗਾਹ ਵਿੱਚੋਂ ਆਇਆ ਹੈ, ਉੱਥੇ ਹੀ ਪੜਨ ਵਾਲੇ ਨੂੰ, ਵਿਚਾਰਨ ਵਾਲੇ ਨੂੰ ਲੈ ਜਾਵੇਗਾ। ਅਨਲ ਪੰਛੀ ਦੇ ਖੰਭਾਂ ਦਾ ਦ੍ਰਿਸ਼ਟਾਂਤ ਦੇ ਕੇ ਕਲਗੀਧਰ ਮਹਾਰਾਜ ਨੇ ਆਪਦੇ ਤੀਰਾਂ ਦੇ ਨਾਲ ਲਵਾ ਕੇ ਇਹ समझाया सीगा। तो इस वास्ते
ਸਾਡੇ ਰੋਮ ਰੋਮ ਦੇ ਵਿੱਚ ਮਹਾਰਾਜ ਦਾ ਨਾਮ ਬਸ ਰਿਹਾ। ਹਰੀ ਨਾਮ ਨੂੰ ਅਸੀਂ ਉਚਾਰਨ ਕਰਦੇ ਹਾਂ। ਸਤਿਗੁਰ ਪੂਰੈ ਕੀਨੋ ਦਾਨ। ਪੂਰੀਆਂ ਸਤਿਗੁਰਾਂ ਨੇ ਇਹ ਨਾਮ ਸਾਨੂੰ ਦਾਨ ਦੇ ਵਿੱਚ ਦਿੱਤਾ ਹੈ। ਆਪਾਂ ਵਿਚਾਰ ਕਰ ਰਹੇ ਸੀ, ਇਹਦਾ ਮੁੱਲ ਨਹੀਂ ਕੋਈ ਤਾਰ ਸਕਦਾ। ਸਾਈਂ ਨਾਮ ਅਮੋਲ ਕੀਮ ਨ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਰੰਗ ਮਾਣ ਦੋ। ਆ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ। ਆ ਹੁਣੇ 2 ਬੋਰੀਆਂ ਭਰ ਕੇ ਲੈ ਕੇ ਗਏ ਸੇਵਾਦਾਰ। ਇਹ ਆਟਾ ਦਾਣਾ ਦੁੱਧ ਪਾਣੀ ਰਸਦ ਦੀਆਂ ਨਹੀਂ ਨੇ, ਇਹ ਮਹਾਰਾਜ ਦੇ ਨਾਮ ਦੀਆਂ ਨੇ। ਅੰਮ੍ਰਿਤ ਵੇਲੇ ਮੈਂ 4 ਵਜੇ ਵੇਖਿਆ ਵੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਦੋ ਮਾਈਆਂ ਪ੍ਰਸ਼ਾਦੇ ਪਕਾ ਰਹੀਆਂ ਤੇ ਘਰ ਦੇ ਵਿੱਚ ਤੁਸੀਂ ਚਾਹ ਮੰਗ ਕੇ ਵੇਖੋ, ਉਹ ਵੀ ਦਿਨ ਜਿਹੜੇ ਬਣਦੀ ਹੈ। ਰੋਟੀ ਪਾਣੀ ਦਾ 10-11 ਵਜੇ ਤਿਆਰ ਹੁੰਦਾ। ਫਿਰ ਇੱਥੇ ਗੁਰੂ ਕੇ ਲੰਗਰ ਦੇ ਵਿੱਚ ਸਾਰੀ ਰਾਤ ਸਾਰੀ ਦਿਹਾੜੀ 24 ਆਵਰ ਦੇਸੀ ਘਿਓ ਦਾ ਲੰਗਰ, ਲੱਡੂ ਜਲੇਬੀਆਂ ਕੜਾਹ ਪ੍ਰਸ਼ਾਦ ਵਰਤ ਰਿਹਾ। ਇਹ ਭੋਜਨ ਪਾਣੀ ਨਹੀਂ ਵਰਤ ਰਿਹਾ, ਇਹ ਮਹਾਰਾਜ ਦਾ ਨਾਮ ਵਰਤ ਰਿਹਾ ਹੈ। ਆ ਪ੍ਰਤੱਖ ਹੀ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਰਾਤ ਤੱਕ ਵੇਖੋ ਕਥਾ ਕੀਰਤਨ ਦਾ ਨਾਮ ਦਾ ਪ੍ਰਵਾਹ ਚੱਲਣਾ ਹੈ। ਰਾਗੀ ਢਾਡੀ ਪ੍ਰਚਾਰਕ ਮਹਾਰਾਜ ਦੇ ਪਾਠੀ ਸਿੰਘ ਵੇਖੋ ਕੰਟੀਨਿਊ ਅਖੰਡ ਪਾਠ ਸਾਹਿਬ ਦੀ ਰੌਲਾ ਲਾਉਂਦੇ। 15-15 16 ਅਖੰਡ ਪਾਠ, ਜਿਹਦੀ 1.25 ਸਾਲ ਦੀ ਵਾਰੀ ਹੈ। ਆਮ ਨਾਰਮਲ ਵੀ ਪਾਠ ਕਰਾਉਣਾ ਹੋਵੇ, ਲੜੀ ਵਾਲੇ ਤਾਂ ਭਲਾ 20 25 ਸਾਲ ਬਾਅਦ ਵਾਰੀ ਆਉਂਦੀ ਹੈ। ਕਿੰਨੀ ਮਹਾਰਾਜ ਦੀ ਕਿਰਪਾ। ਇਹ ਸਭ ਬਰਕਤਾਂ ਧੁਰ ਕੀ ਬਾਣੀ ਦੀਆਂ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ, ਉਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕੰਜਨ ਸਿਉ ਬਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਮਹਾਰਾਜ ਨੇ ਸਾਨੂੰ ਦਾਨ ਦੇ ਵਿੱਚ ਗੋਡ ਗਿਫਟ ਦਿੱਤਾ ਹੈ। ਕਹਿੰਦੇ ਜਿਨਨੇ ਪਿਛਲੇ ਜਨਮਾਂ 'ਚ ਮੋਤੀ ਦਾਨ ਕੀਤੇ ਹੋਣ, ਉਸ ਬੰਦੇ ਨੂੰ ਮਹਾਰਾਜ ਦੀ ਹਜ਼ੂਰੀ 'ਚ ਗੁਰਬਾਣੀ ਦੇ ਕੀਰਤਨ ਕਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਐਵੇਂ ਨਹੀਂ ਇਹ ਕੁਝ ਮਿਲਦਾ ਹੈ। ਸੋ ਬੜੇ ਵੱਡੇ ਭਾਗ ਹੋਣ ਤਾਂ ਹੀ ਮਹਾਰਾਜ ਦੀ ਬਖਸ਼ਿਸ਼, ਇਹ ਗੋਡ ਗਿਫਟ ਹੈ। ਇਹ ਕੋਈ ਮੁੱਲ ਤਾਰ ਕੇ ਨਹੀਂ ਮਿਲਦਾ ਹੈ। ਨਾਮ ਰਤਨ ਮੇਰਾ ਭੰਡਾਰ। ਪ੍ਰਭੂ ਦੇ ਨਾਮ ਰੂਪੀ ਰਤਨ ਕੀਮਤੀ ਪਦਾਰਥ ਦਾ ਮੇਰੇ ਪਾਸ ਭੰਡਾਰ ਖਜ਼ਾਨਾ ਜਮਾ ਹੋਇਆ ਪਿਆ ਹੈ। ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾ ਮੀਰੇ ਬਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚੈ ਰਗ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਜਾਂ ਗੁਰਾਂ ਨੇ ਪ੍ਰਭੂ ਦਾ ਨਾਮ ਰੂਪੀ ਰਤਨ ਮੇਰੇ ਹਿਰਦੇ ਰੂਪ ਭੰਡਾਰੇ ਵਿੱਚ ਦੇਣਾ ਕੀਤਾ ਹੈ। ਅਗਮ ਅਮੁਲਾ ਪਰ ਅਪਾਰ। ਜੋ ਨਾਮ ਮਨ ਬਾਣੀ ਸਰੀਰ ਕਰਕੇ ਗਮਤਾ ਤੋਂ ਰਹਿਤ, ਬੇਕੀਮਤਾ ਅਤੇ ਅਪਰਿਆਪਾਰ, ਬੇਅੰਤ ਤੋਂ ਬੇਅੰਤ ਗੁਣ ਦੇਣ ਵਾਲਾ ਹੈ। ਜਾਂ ਪ੍ਰਕਿਰਤੀ ਅਪਰ ਉਰੇ ਹੈ ਤੇ ਨਾਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਰਹਿਤ ਕਰਨੇ ਵਾਲਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ, ਨਾਮ ਕੇ ਧਾਰੇ ਸਗਲੇ ਜੰਦ। ਆ ਪੱਖਾ ਨਹੀਂ ਚੱਲ ਰਿਹਾ, ਮਹਾਰਾਜ ਦਾ ਨਾਮ ਹਵਾ ਦੇ ਰਿਹਾ। ਇਹ ਸਭ ਗੁਰੂ ਘਰ ਦੇ ਵਿੱਚ ਜੋ ਤੁਸੀਂ ਲੱਗਾ ਵੇਖਦੇ ਹੋ, ਇਹ ਚਮਕ ਪ੍ਰਭੂ ਦੇ ਨਾਮ ਦੀ ਹੈ। ਅਸੀਂ ਬੈਠੇ ਹੋਏ ਹਾਂ, ਨਾਮ ਦਾ ਆਸਰਾ ਹੈ। ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨ ਗਿਆਨ ਧਿਆਨ। ਇਉਂ ਮਹਾਰਾਜ ਦੇ ਨਾਮ ਦੀ ਬੇਅੰਤ ਮਹਿਮਾ ਹੈ। ਸੋ ਜੋ ਇੱਕ ਜ਼ੁਬਾਨ ਦੇ ਨਾਲ
कथन कीती नहीं जा सकती। हमरी जिह्वा एक प्रभ, हर के गुण अगम अथाह, हम क्यों कर जपे आनिया, हर तुम वड अगम अगाह। या प्रकृति उरे है, नाम प्रकृति दे भी पारावार तो परे, या रहत करने वाला है। नाम हमारा नीचल तनी रहा। विश्राम देकर फरमान करते ने। नाम हमारा नीचल तनी, हमारे साडे ताई परमात्मा का नाम ही अचल धनवान बनाने वाला है, या प्रभु का नाम ही साडे ताई अचल स्वरूप अते सब दे मालक प्रभु की प्राप्ति कराने वाला है। या नाम करके ही असी ब्रह्म ज्ञान रूप अचल धन वाले हुए हैं। नाम की महिमा सब मह बनी, प्रभु दे नाम दी महिमा वडियाई सारे लोका खंडा ब्रह्मंडां दे विच बाणी फब रही है। नाम हमारा पूरा साहु, साडे पास प्रभु का नाम ही पूर्ण शाहूकार रूप है। नाम हमारा बेपरवाह, जिस करके सारे दैवी गुण रूपी धन की प्राप्ति हुंदी है। प्रभु के नाम ने ही साडे ताई बेमुहताज किया है, या साडे हिरदे विच बेमुहताज प्रभु का नाम वसदा है। जा तू मेरे वल है तां क्या मोशंदा, तुद सब कुछ मैनू सौंपिया, ਜਾਂ तेरा बंदा लक्ष्मी दौड़ ना आवई, खाए खर्च रहंदा। ਇਹ ਵੈਰੀ ਮਿੱਤਰ ਸਭ ਕੀਤਿਆ, ਨੇ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ, ਸੋ ਸਭੇ ਕਾ ਸਵਾਰਿਆ, ਜਾਂ ਤੁਧ ਪਾਵੰਦਾ। ਇਉਂ ਮਹਾਰਾਜ ਦੇ ਨਾਮ ਦੀਆਂ ਬਰਕਤਾਂ ਨੇ। नाम हमारा भोजन भाव, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। आ जो कथा है, कीर्तन है, गुरबाणी का पाठ है, ये एक अमृत भोजन है। थाल विच तीन वस्तु पई हो। श्री गुरु ग्रंथ साहिब जी का एक थाल है, ਇਹਦੇ ਵਿੱਚ ਤਿੰਨ ਵਸਤੂਆਂ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ ਪਰੋਸੀਆਂ ਹੋਈਆਂ ਨੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਇੱਕ ਸਤ ਹੈ, ਇੱਕ ਸੰਤੋਖ ਵਿਚਾਰ ਨਾ ਕਰੋ, ਜਾਂ ਬ੍ਰਹਮ ਦੀ ਵਿਚਾਰ ਸਮਝੋ। तीसरी वस्तु केड़ी है, अमृत नाम ठाकुर का पयो। जो ठाकुर मालक वाहिगुरु का अमृत सरीखा नाम है, वो इस दे विच विराजमान है। जिसका सबसे आधारो, जिसका सबना नू आसरा है। जे को खावे जे को पुंज, तिसका होई उधार। जिहड़ा आप खांदा दूजियां नू छकाउंदा है। अखंड कीर्तन दिन भोजन चूरा, चूरी बनी हुई है, चूरमा है। चूरी दे विच खंड हुंदी है, घिओ हुंदा है, ते फिर चूरी बनती है। इहदे च प्रेम दा घिओ है, भगती दी खंड है, ते जिहड़ा प्रसादा आटे दा बनिया हुंदा, ज्ञान दा आटा है, मैदा है। ऐसी चूरी महाराज ने बना के दिती है। सो इस वास्ते ਇਹੋ नानक कीनो चोला, चोला नाम भी चूरी का है, जिहड़ा घिओ पा के प्रसादे नूं खंड पा के चोरी की जावे। वो महाराज ने पिंड दी सरपंचनी ने श्री गुरु अर्जन देव जी नूं ये चोला बना के पेश किया। ਉਹਦਾ नाम सी भैणी। महाराज कहंदे भैणी की होया भला? वो चोले तो चोला साहब ही बनाता। पिंड वाले कहन लगे जी सरकारी दफ्तरां दे विच मामला तारन जाईदा ते
ਉੱਥੇ ਰਜਿਸਟਰਾਂ 'ਚ ਕੌਣ ਬਦਲਾਊਗਾ? ਮਾਰੇ ਕਹਿੰਦੇ ਤੁਸੀਂ ਭੈਣ ਹੀ ਨਹੀਂ ਕਹਿਣਾ, ਤੁਸੀਂ ਕਹਿਣਾ ਹੈ ਕਿ ਅਸੀਂ ਚੋਲੇ ਤੋਂ ਆਏ ਹਾਂ। ਤੋ ਰਜਿਸਟਰਾਂ ਦੇ ਵਿੱਚ ਨਾਮ ਹੀ ਸਾਰਾ ਚੇਂਜ ਹੋ ਗਿਆ। ਤੋ ਐਸਾ ਹੀ ਮਹਾਰਾਜ ਨੇ ਚੋਲਾ ਸਾਹਿਬ ਬਣਾ ਕੇ ਦਿੱਤਾ ਹੈ। ਇਹ ਭਗਤੀ ਦੀ ਖੰਡ ਪਾਈ ਹੈ, ਪ੍ਰੇਮ ਦਾ ਘਿਓ ਪਾ ਕੇ, ਗਿਆਨ ਦਾ ਮੈਦਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿੱਚ ਇਹ ਮਹਾਰਾਜ ਨੇ ਗਿਆਨ ਦਾ ਭੋਜਨ ਬਖਸ਼ਿਆ ਹੈ। ਅੰਮ੍ਰਿਤ ਨਾਮ, ਜੋ ਅੰਮ੍ਰਿਤ ਵਰਗਾ ਮਿੱਠਾ ਮਹਾਰਾਜ ਦਾ ਨਾਮ। ठाकुर का पयो जिसका सबसे आधारो। जिस तरह रोटी खाने तो शरीर चलता है, प्रसादा ना छको। अजकल मौसम चेंज हो रहा, ठंड लगूगी बुखार चढ़ जाऊगा, कमजोरी आ जू, सैल घट जाएंगे। इसलिए एक दिन में घट्टो घट 3 बार प्रसादा लाजमी होना चाहिए। 2 बार दुध पियो, मुड़ के जो बकरी लभदे रहना, ना वो लभे ते ना शरीर कायम होवे। गां मझ दा ही दुध पियो। सो आपदे शरीर नूं सावधान रखो। शरीर की खुराक प्रसादा है, दुध पानी है, ते आत्मा की खुराक ये महाराज की कथा, महाराज का कीर्तन, गुरु की बाणी का नितनेम। जे आप नितनेम नहीं करांगे, संगत नहीं करांगे, आत्मा ये भी सनपात बुखार के रोग नाल ग्रसी जाऊगी। डेंगू हो के ये भी सैल घट जाएंगे, ये भी फिर चढ़ाई कर जूगी। कमजोर हुंदी हुंदी अंत नूं निकर के नरकां च डिग पऊगी, बड़ा दुख भोगूगी। इस वास्ते सावधान एकाग्र चीत। रोटी लिए आप भज दौड़ करते हैं, दिन रात कमाइयां करते हैं, बड़े बड़े सोहने पदार्थ तिन्ने टाइम बना के आपदे हथीं छकते हैं, रिश्तेदारां नूं छकाउंदे हैं, पार्टियां करते हैं। खाण पीण दे उपर ज़्यादा जोर दिता जाता, ते महाराज दे नितनेम दे उपर भी, आत्मा की खुराक उपर भी जोर दिओ। श्री गुरु ग्रंथ साहिब रूपी थाल परोसिया होया काहदे लई? गुरु के लंगर विच भोजन किन्ना लई है? महाराज दीआं संगतां वास्ते। साध संगत में गुरु ग्रंथ साहिब का प्रकाश, कथा कीर्तन, एडा समागम वेखो किहड़ी किहड़ी दूर तो रागी ढाडी प्रचार कर रहे हैं। किन्ना लई? संगत वास्ते। जे तुहाडे बच्चे ही गुरुद्वारे नहीं आउणगे, तुसीं आप नहीं बैठोगे, तां फिर भोजन काहदे लई महाराज ने बना के पेश किया? आपां छकांगे, साडा भला होवेगा। जे को खावै, जे को पहुंचै, तिसका होए उधारो। खुराक खाण दे नाल शरीर चलदा, आत्मा की खुराक खाण तो कल्याण होंदी, मुक्ति होंदी है। यह वस्त तजी नह जाई, नित नित राखियो उतारो। तम संसार चरण लग तरिया, सब नानक ब्रह्म पसारो। ये कड़ा प्रसाद नहीं आया, ये महाराज का नाम ही आया है। अमृत वेले 2-2:30 बजे ही तैयार हो गया, 4 बजे काउंटर खुल भी गए। अजे सुखमनी साहब का पाठ चल रहा सीगा, ते रात के 9-10 बजे तक चलता रहना। सो किन्नी महाराज की कृपा है। क्विंटलों के हिसाब नाल लंगर विच देसी घ्यो की वरतों हो रही है। हर 3-4 क्विंटल की कड़ाह प्रसादी देग बनती 10वीं वाले दिन। कोई आम मान लो राष्ट्रपति भी प्रधानमंत्री होवे, वो भी इन्ना लंगर नहीं चला सकता। ਇਹੋ ਜਿਹੇ लोग तो सगों अजकल बहुत ही भुख वरता रहे हैं। ये महाराज का घर ही है। इस घर दे विच ये समझ लो नाम का ही भोजन वरत रहा। ये नाम का ही भोजन दे भाव प्रेम है, या प्रभु के नाम नाल महाराज कहते ने, नाम हमारा मन का स्वाव, नाम हमारा भोजन भाव। प्रभु के नाम नाल प्रेम करना ही साडे पास भोजन है, या पाओ प्रकाश रूप प्रभु का नाम ही साडे पास भोजन है। नाम हमारा मन का स्वाव, प्रभु का नाम ही साडे मन का सुआव।
ਪ੍ਰਯੋਜਨ ਪੂਰਾ ਕਰਨ ਵਾਲਾ ਹੈ, ਜਾਂ ਬ੍ਰਹਮਾਨੰਦ ਦੀ ਪ੍ਰਾਪਤੀ ਤੇ ਸੰਸਾਰ ਦੁੱਖ ਦੀ ਨਿਵਰਤੀ ਰੂਪ ਪ੍ਰਯੋਜਨ ਪੂਰਾ ਕਰਨ ਲਈ ਪ੍ਰਭੂ ਦਾ ਨਾਮ ਹੀ ਹੈ। ਨਾਮ ਨਾ ਵਿਸਰੈ ਸੰਤ ਪ੍ਰਸਾਦ। ਜਿਨ੍ਹਾਂ ਉੱਪਰ ਸੰਤਾਂ ਮਹਾਤਮਾ ਜਨਾਂ ਦੀ ਜਾਂ ਸ਼ਾਂਤ ਚਿੱਤ ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਉਹਨਾਂ ਨੂੰ ਪਰਮਾਤਮਾ ਦਾ ਨਾਮ ਭੁੱਲਦਾ ਨਹੀਂ ਹੈ। ਭੁੱਲੇ ਵੀ ਕਿਉਂ? ਸੁਖ ਵਿਸਰੈ ਜੇ ਘਾਲ ਨਾ ਭੰਨ, ਸੁਖ ਵਿਸਰੈ ਜੇ ਕੀਆ ਜਨ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੁਖ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੀ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਵਿਰਲਾ ਲਾਖੈ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਈ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਨਾਮ ਲੈਤ ਅਨਹਦ ਪੂਰੇ ਨਾਦ। ਪਰਮਾਤਮਾ ਦਾ ਨਾਮ ਲੈਣ ਜਪਣ ਕਰਕੇ ਹੱਦ ਤੋਂ ਰਹਿਤ ਇੱਕ ਰਸ ਵਾਜੀਆਂ ਦੀ ਧੁਨ ਪੂਰੀ ਜਾਣ ਲੱਗ ਜਾਂਦੀ ਹੈ, ਜਾਂ ਇੱਕ ਰਸ ਰਹਿਣ ਵਾਲਾ ਬ੍ਰਹਮ ਹਿਰਦੇ ਅੰਦਰ ਪੂਰਨ ਪ੍ਰਗਟ ਹੋ ਆਉਂਦਾ ਹੈ। ਪ੍ਰਭ ਕਿਰਪਾ ਤੇ ਨਾਮ ਨਉ ਨਿਧ ਪਾਈ। ਪਰਮਾਤਮਾ ਦੀ ਕਿਰਪਾ ਮਿਹਰ ਤੋਂ ਅਸੀਂ ਨੌ ਨਿਧਾਂ ਦੇ ਦੇਣ ਵਾਲੇ ਨਾਮ ਦੀ ਪ੍ਰਾਪਤੀ ਕੀਤੀ ਹੈ। ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਰਿਧੀ ਆਨੰਦੀਆ ਤੋੜਤਾ ਸਿੱਧੀ ਸ਼ਕਤੀ ਨੌ ਨਿਧੀਆਂ ਬੇਅੰਤ ਖਜ਼ਾਨੇ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਗੁਰ ਕਿਰਪਾ ਤੇ ਨਾਮ ਸਿਓ ਬਨ ਆਈ। ਗੁਰਾਂ ਦੀ ਕਿਰਪਾ ਮਿਹਰ ਤੋਂ ਸਾਡੀ ਨਾਮ ਦੇ ਨਾਲ ਪ੍ਰੀਤੀ ਬਣ ਆਈ ਹੈ। ਧਨਵੰਤੇ ਸੇਈ ਪ੍ਰਧਾਨ। ਉਹੀ ਮਨੁੱਖ ਇਸ ਲੋਕ ਦੇ ਵਿੱਚ ਧਨਵਾਨ ਹਨ ਅਤੇ ਪਰਲੋਕ ਦੇ ਵਿੱਚ ਵੀ ਪ੍ਰਧਾਨ ਮੁਖੀ ਨੇ। ਕਿਹੜੇ ਪ੍ਰਧਾਨ ਹਨ? ਨਾਨਕ ਜਾ ਕੈ ਨਾਮ ਨਿਧਾਨ। ਉਚਾਰਨ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਨ੍ਹਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੈ, ਉਹੀ ਧਨਵੰਤੇ ਪ੍ਰਧਾਨ ਨੇ। ਭਾਗਟੜੇ ਹਰ ਸੰਤ ਤੁਮਹਾਰੇ, ਭਾਗਟੜੇ ਨਾਮ ਸ਼ਾਹੂਕਾਰਾਂ ਦਾ ਹੈ। ਤੇਰੇ ਸੰਤ ਹੀ ਮਹਾਰਾਜ ਸ਼ਾਹੂਕਾਰ ਨੇ। ਭਾਗਟੜੇ ਹਰ ਸੰਤ ਤੁਮਹਾਰੇ, ਜਿਨ ਘਰ ਤਨ ਹਰ ਨਾਮਾ, ਪਰਵਾਨ ਗਣੀ ਸੇ ਆਏ, ਸਫਲ ਤਿਨਾ ਕੇ ਕੰਮ ਮੇਰੇ ਰਾਮ। ਹਰ ਜਨ ਕੈ ਹੋਂ ਬਲ ਜਾਈ, ਕੇਸਾਂ ਗਾ ਕਰ ਚਬਰ ਠੁਲਾਵਾ, ਚਰਨ ਧੂੜ ਮੁਖ ਲਾਈ। ਤੇਰੇ ਸੰਤ ਜਿਹੜੇ ਧਨਵੰਤ ਨਾਮ ਕੇ ਵਣਜਾਰੇ, ਕਿਨਹੀ ਬਣਜਿਆ ਕਾਂਸੀ ਤਾਂਬ, ਕਿਨਹੀ ਲੌਂਗ ਸੁਪਾਰੀ। संधो बन जिया नाम गोबिंद का, ऐसी खेप हमारी हर के नाम के व्यापारी। हीरा हाथ चढ़िया निर्मोलक, छूट गई संसारी। जो रब दे प्यार वाले संत शाहूकार नाम दे खजाने दे मालिक ने, संतन हथ राखी कुंजी। उन्हां को कोई आपदा नहीं है, महाराज ने आपदे खजाने दी चाबियां उन्हां नूं फड़ा दित्तियां। ਸੰਤਾਂ ਨੂੰ ਸ਼ਹੀਦਾਂ ਨੂੰ ਆਪਦੇ ਘਰ ਦੀਆਂ ਕੁੰਜੀਆਂ ਫੜਾ ਦਿੱਤੀਆਂ ਵੀ ਲਓ, ਖਾਵੇ ਖਰਚੇ ਰਲ ਮਿਲ ਭਾਈ, ਤੋੜਨਾ ਪਏ ਵਾਧੂ, ਜਿੰਨਾ ਮਰਜ਼ੀ ਖਾਓ ਖਰਚੋ, ਕੋਈ ਘਾਟਾ ਨਹੀਂ ਆਉਂਦਾ ਹੈ। ਜਿਵੇਂ ਜੋ ਧਰਮ ਸਪਤਨੀ ਹੁੰਦੀ ਹੈ ਜਾਂ ਰਾਜੇ ਦੀ ਰਾਣੀ ਹੁੰਦੀ ਹੈ, ਬਾਬਾ ਜੀ ਸਾਡੀ ਲਾਈਟ ਬੁਝਾ ਦਿੱਤੀ, तो ਉਹਦੇ ਹੱਥ ਦੇ ਵਿੱਚ ਸਾਰੀ ਮਲਕੀਅਤ ਹੋ ਜਾਂਦੀ ਹੈ। ਇਸ ਪ੍ਰਕਾਰ ਜੋ ਰੱਬ ਦੇ ਪਿਆਰ ਵਾਲੇ ਨੇ, ਮਹਾਰਾਜ ਦੇ ਸੰਤ ਨੇ, ਉਹਨਾਂ ਦੇ ਹੱਥ ਵਿੱਚ ਇਹ ਸਾਰੇ ਖਜ਼ਾਨੇ ਦੀਆਂ ਮਹਾਰਾਜ ਨੇ ਕੁੰਜੀਆਂ ਫੜਾਈਆਂ ਹੋਈਆਂ ਨੇ।
ਪੰਜਾਂ ਪਿਆਰਿਆਂ ਨੇ ਵੇਖੋ ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਵਿੱਚ ਆਪ ਦੇ ਪਾਵਨ ਸੀਸ ਭੇਟਾ ਕਰਕੇ ਤੇ ਮਹਾਰਾਜ ਕਲਗੀਧਰ ਜੀ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਕੀਤੀ। ਸੋ ਸ੍ਰੀ ਜਪਜੀ ਸਾਹਿਬ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਪੰਜ ਪਰਵਾਨ ਪੰਜ ਪ੍ਰਧਾਨ, ਪੰਜ ਪਿਆਰੇ ਪ੍ਰਵਾਨ ਨੇ, ਪੰਜ ਪਿਆਰੇ ਹੀ ਪ੍ਰਧਾਨ ਹਨ। ਗੁਰਦੁਆਰੇ ਦੇ ਪ੍ਰਧਾਨ ਪੰਜ ਪਿਆਰੇ ਨੇ। ਅਰਦਾਸ ਦੇ ਵਿੱਚ ਆਪਾਂ ਗੁਰੂ ਸਾਹਿਬਾਂ ਦੇ ਨਾਮ ਤੋਂ ਬਾਅਦ ਪੰਜਾਂ ਪਿਆਰਿਆਂ ਦੇ ਨਾਮ ਲੈਂਦੇ ਹਾਂ ਤੇ ਜੋ ਕੜਾਹ ਪ੍ਰਸ਼ਾਦ ਦਾ ਵਰਤਾਰਾ ਵਰਤਦਾ ਹੈ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦਾ ਛਾਂਦਾ ਕੱਢਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਜੋ ਹਜ਼ੂਰੀ ਵਿੱਚ ਗ੍ਰੰਥੀ ਸਿੰਘ ਬੈਠਾ ਹੁੰਦਾ ਉਹਦਾ ਛਾਂਦਾ ਕੱਢਿਆ ਜਾਂਦਾ ਹੈ। ਇਹਦਾ ਮਤਲਬ ਇਹ ਹੈ तो इस वास्ते ये गुरु साहब ने आप सत्कार दिता है, आप दी हजूरी विच आप मान तान दिता है। निमाणिया दा मान निताणिया दा तान जो होया महाराज, जिस नीच को कोई ना जाने नाम जपत वो चौं गुंड माने। सो गुरु महाराज साहब सच्चे पातशाह ने आप कृपा की है। जिन्हां दा कोई मान नहीं, निमाणी मान करे तुद भावै, और केती चक चक आवे जावे, उन्हां दा आप मान बनिया है। जिन्हां दा कोई तान बल नहीं, उन्हां दा आप बल बनिया है। तू मेरी ओट बल बुध धन तुम ही, तुम है मेरा परवार है। मैं गरीब सच टेक दूं, मेरे सतगुर पूरे, देख तुम्हारा दर्शनो मेरा मन धीरे। सो जिन्हों कोई भी नहीं सी जानदा, आठ पहर जन हर हर जपै, हर का भगत प्रगट नहीं छपै। वो महाराज का नाम जप के गुरु साहब की बख्शिश लैके चौं कुंडा में प्रगट हो गया। ऐसी महाराज ने कलगीधर ने कृपा की। को बाटे चमर छका के चौं वरना आपदी चरणों नाल मिलिया ते नाम की दात दे के महान बना दिता। ऐसे गुरु को बल बल जाइए, आप मुक्त मोहि तारै। ऐसे गुरु तो बलिहार कुर्बान जाइए। ऐसी लाल तुझ बिन कौन करे। हे मेरे लाल प्यारे वाहिगुरु गुरु गोबिंद सिंह जी, एहो जी कृपा तेथों बगैर होर कोई कर सकदा? दसो। अज तक गुरु गोबिंद सिंह तो बगैर दूजा कोई होर जे होया तां दस दिओ। जिन्हें जात पात ना जनाई होवे, जात पात का भेद मिटिया होवे। महाराज ने ठोक के जवाब दे दिता भीम चंद वर्गिया नूं। वो कहंदे साडे लई बाटा वखरा तैयार करो। अमर छकण लई तैयार हो गए सीगे। कहंदी असीं उच्ची सुच्ची कुल वाले हां। महाराज कहंदे जाओ, तुहाडे वर्गे सिखां दी नहीं सानूं लोड़, आपां तां चौं वरनां नूं मिलना है। महाराज ने अमृत छका के कोई भिन्न भेद गल्लां करनियां सुखालियां होंदियां ने, पर कोई फर्क महाराज ने जाति तौर पर प्रैक्टिकल तौर पर भी नहीं रखा। वेखो भाई जीवन नूं सिंह बनाया अमृत छका के। जिहड़ा भाई जैता सी पिता जी का सीस लियाउण तो छाती नाल ला के आख्या रंगरेटा गुरु का बेटा। तो इसे तरह भाई संगत सिंह नूं मान बख्शिया। ऐसी लाल तुझ बिन कौन करे। गल्लां करन असीं बड़ियां हुण करदे हां, पर महाराज की बराबरी नहीं कोई कर सकता जी। श्री गुरु अमरदास महाराज ने लंगर की प्रथा इसे लिए कायम की सी। अकबर भी पंगत बह के रोटी खा के गया। गुरुद्वारे भला टेबल कुर्सियां का की मतलब होया ते वखरा दा की मतलब होया। महाराज की पंगत च बैठ के इको बराबर, ताकि मन में मान ना आवे। पहले पंगत पीछे संगत का असूल महाराज ने कायम किया। ऐसी लाल तुझ बिन कौन करे। मरदाना मरासी जात मुसलमान जात आप दे कोल रबाबी गुरु नानक साहब ने रखिया, मिसाल कायम कर दी। गुरुआं तो बगैर कोई बख्शिश नहीं कर सकता।
गरीब नवाज गोसाइया मेरा माथा शदर धरै रहाओ। जाकी शोध जगत को लागै तां पर तू ही डरै। नीचे ऊंच करे मेरा गोबिंद काहू ते ना डरै। जिस पापी को मिले न ढोई शरण आवे तां निर्मल होई। ਪੰਜਾਂ ਪਿਆਰਿਆਂ ਦੀ ਜਾਤ ਵੇਖੋ, ਉਹਨਾਂ ਦਾ ਇਲਾਕਾ ਵੇਖੋ। ਨਾ ਤਾਂ ਇਲਾਕੇ ਦਾ ਫਰਕ, ਸਾਡੇ ਮਨ ਵਿੱਚ ਇੱਕ ਤਾਂ ਇਲਾਕੇ ਦਾ ਫਰਕ ਨਹੀਂ ਜਾਊਗਾ, ਇੱਕ ਜਾਤ ਦਾ ਨਹੀਂ ਫਰਕ ਜਾਊਗਾ। 100 ਵਾਰੀ ਭਾਵੇਂ ਅਸੀਂ ਅੰਮ੍ਰਿਤ ਛਕ ਲਈਏ ਪਰ ਇਹ ਮਨ ਦੇ ਵਿੱਚੋਂ ਨਹੀਂ ਜਾਊਗਾ। ਫਲਾਣੇ ਇਲਾਕੇ ਦਾ ਕੋਈ, ਤੂੰ ਮੇਰੇ ਇਲਾਕੇ ਦਾ, ਉਹ ਫਲਾਣੇ ਇਲਾਕੇ ਦਾ। ਇਸ ਤਰ੍ਹਾਂ ਮਨ ਦੇ ਵਿੱਚ ਫਰਕ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਦੀ ਚੋਣ ਕੁਆਲਿਟੀ ਦੇ ਆਧਾਰ ਤੇ ਕੀਤੀ। ਉਹਨਾਂ ਦੀ ਕੁਆਲਿਟੀ ਪਰਖ ਕੀਤੀ ਹੈ ਕਿ ਇਹਨਾਂ ਦੇ ਵਿੱਚ ਸੋ ਕਿੰਨੀ ਧੀਰਜ ਹੈ, ਕਿੰਨੀ ਜਰਨ ਸ਼ਕਤੀ ਹੈ, ਕਿੰਨਾ ਬਚਨ ਮੰਨਣ ਦੀ ਸਮਰੱਥਾ ਹੈ, ਕਿੰਨੀ ਸ਼ਰਧਾ, ਕਿੰਨਾ ਪਿਆਰ, ਕਿੰਨਾ ਇਹਨਾਂ 'ਚ ਸਿਦਕ ਹੈ, ਕਿੰਨੀ ਦ੍ਰਿੜਤਾ ਹੈ। ਇਹ ਕੁਝ ਵੇਖ ਕੇ ਮਹਾਰਾਜ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਗੁਰਦੁਆਰੇ ਦੇ ਪ੍ਰਧਾਨ ਬਣਾਇਆ। पंच परवान पंच प्रधान पंजे पावे दरगह मान पंजे सोह है दारा जान पंचा का गुर एक ध्यान। पंच नाम है जिस तरह पंच सरपंच होंदा गुरुद्वारे दे पंच सरपंच महाराज दे संत महात्मा गुरु दे सिख ने। बाबा हनुमान सिंह जी ने वेखो ऐसा सतगुरु जे मिले तिसनों सिर सौंपिया विचों आप जाए। जाओ तो प्रेम खेलन का चाओ सिर धर तली गली मेरी आओ। इत मार्ग पैर तरीजै सिर दीजै कार ना कीजै। सिर तली ते रख के फिर महाराज की गली दे विच कदम रखिया गुरसिੱਖੀ ਨੂੰ धारण किया। बाबा दीप सिंह साहब जी भाई मनी सिंह भाई मती दास भाई सती दास भाई दयाला भाई तारू जी। वेखो ये गुरु घर दे प्रधान ने यही प्रमाण ने जिन्हां ने सिर दे के महाराज दे नाम दे खजाने नूं प्राप्त किया। यही शाहूकार हन। वेखो किन्ने खजाने भरे हुए ने अज तक सब इन्हां तो भरोसा रहे हन। भैरो महला पंजवा। इस पावन शब्द विच सतगुरु जी प्रभु दे सन्मुख बेनती करन दा ढंग तरीका दसदे हन। मेरा पिता तू है मेरा माता। पंजवें पातशाह धन श्री गुरु अर्जन देव जी पैरों राग दे विच वाहिगुरु के चरणों च बेनती करन दा तरीका दसदे ने कि हे प्रभु अभिन्न निमित्त ते उपादान कारण होने करके तू ही मेरा पिता है ते तू ही मेरी माँ रूप है। अर्थात माँ उपादान कारण हुंदी है पिता निमित्त कारण हुंदा। जिवें मकड़ी अपने स्थूल शरीर द्वारा जाला बनाउंदी है ते सूक्ष्म शरीर में जाला पैदा करती है। उसका स्थूल शरीर उपादान कारण ते सूक्ष्म शरीर निमित्त कारण हुंदा है। क्यों हे प्रभु तू ही अभिन्न निमित्त उपादान कारण है। मेरे जी प्राण सुखदाता। तू ही मेरे हृदय ते श्वासां नूं आनंद देण वाला है। तू मेरा ठाकुर हौ दास तेरा। हे प्रभु तू मेरा मालिक है अते मैं तेरा दास सेवक हां। तुझ बिन अवर नहीं को मेरा। तेरे तो बगैर हे वाहिगुरु और कोई भी मेरा सहायक नहीं है। कृपा करहु प्रभ दात। हे परमात्मा तुसी अपनी कृपा मेहर दी दृष्टि करके ये मेरे ते दात बख्शिश करो जी के। तुमरी उस्तत कराओ दिन रात। मैं दिन रात तुहाडी उस्तत दी वडियाई ही करदा रहां जिवें भाई मरदाना जी करदे सीगे। मेरा जीवन ही तुहाडी बाणी तुहाडी कथा तुहाडा कीर्तन बन जाए। मैं गुरबाणी आधार है गुरबाणी लाग रहा। तेरे कमन कमन गुण कह गावा तू साहिब गुणी निधाना। तुमरी महिमा बर न सको तू ठाकुर उच भगवान। विसर नहीं दातार
ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ। ਉਹ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੂੰ ਰੰਗ ਰਾਤਾ। ਮੈਂ ਤੁਹਾਡੀ ਵਡਿਆਈ ਕਰਾਂ ਜਿਸ ਕਰਕੇ ਮੈਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਦੀ ਪ੍ਰਾਪਤੀ ਹੋ ਜਾਵੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਅਬ ਤੇਰੀ ਜਤ ਤੂੰ ਬਜਾਵਨ ਹਾਰਾ। ਹੇ ਪ੍ਰਭੂ ਅਸੀਂ ਤੇਰੇ ਵਾਜੇ ਹਾਂ ਤੇ ਤੂੰ ਸਾਨੂੰ ਵਜਾਉਣ ਵਾਲਾ ਵਜੰਤਰੀ ਹੈ। ਜਿਉਂ ਬੋਲਾਵੈ ਹੈ ਤਿਉਂ ਬੋਲੇ ਹੈ ਸੁਆਮੀ। ਕੁਦਰਤ ਕਮਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਹਮ ਤੇਰੇ ਭਿਖਾਰੀ ਦਾਨ ਦੇ ਦਾਤਾਰਾ। ਜਿਵੇਂ ਬਾਹਮਣ ਜੱਟਾਂ ਦੇ ਘਰ ਮੰਗਣ ਜਾਂਦੇ ਨੇ, ਜਜਮਾਨਾਂ ਦੇ ਘਰ, ਖਾਸ ਕਰਕੇ ਸ਼ਰਾਧਾਂ 'ਚ ਜਾਂ ਮੱਸਿਆ ਪੁੰਨਿਆ ਸੰਗਰਾਂਦ ਨੂੰ ਖੀਰ ਕੜਾਹ ਖਾਣ ਜਾਂਦੇ ਨੇ। ਮਹਾਰਾਜ ਤੂੰ ਮੇਰਾ ਜਜਮਾਨ ਹੈ, ਅਸੀਂ ਤੇਰੇ ਘਰ ਦੇ ਬ੍ਰਾਹਮਣ ਮੰਗਤੇ ਹਾਂ, ਭਿਖਾਰੀ ਹਾਂ। ਅਸੀਂ ਸਭ ਕੁਛ ਤੇਥੋਂ ਹੀ ਤਾਂ ਮੰਗਦੇ ਹਾਂ, ਤੇਰੋਂ ਹੀ ਤਾਂ ਲੈਣਾ ਹੈ। ਕਿਉਂਕਿ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖੜੀ ਸਭ ਹੋਈ, ਸਾਰੀ ਸ੍ਰਿਸ਼ਟੀ ਤੇਰੇ ਅੱਗੇ ਹੱਥ ਜੋੜ ਕੇ ਮੰਗਣ ਲਈ ਮੰਗਤੀ ਰੂਪ ਖੜੀ ਹੋਈ ਹੈ। ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਜੀ। ਕਰਤਾ ਇਹ ਕਰਤਾ ਅਕਾਲ ਪੁਰਖ ਵਾਹਿਗੁਰੂ ਤੂੰ ਮੇਰਾ ਜਜਮਾਨ, ਤੂੰ ਸਾਡਾ ਜਜਮਾਨ। ਇੱਕ ਦਖਣਾ ਹਉ ਤੈ ਪੈ ਮੰਗੂ। ਤੇਰੇ ਚਰਨਾਂ ਦੇ ਵਿੱਚੋਂ ਹੀ ਵਾਹਿਗੁਰੂ ਮੈਂ ਇੱਕ ਦਖਣਾ ਮੰਗਦਾ ਹਾਂ। ਦੇਹ ਆਪਣਾ ਨਾਮ, ਸਾਨੂੰ ਆਪਣਾ ਨਾਮ ਦਾਨ ਦੇਣਾ ਕਰੋ ਜੀ। ਸਾਨੂੰ ਆਪਣੇ ਦਰਸ਼ਨਾਂ ਦਾ ਦਾਨ ਦੇਣਾ ਕਰੋ ਮਹਾਰਾਜ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਪਿਆਸੀ ਦਿਨ ਰਾਤ। ਚਿਤ ਮੁਹਣ ਦਿਨ ਨੀਤ ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਪ੍ਰਸਾਦ ਰੰਗ ਰਸ ਮਾਣੇ। ਇਹ ਪਰਮਾਤਮਾ ਤੇਰੀ ਕਿਰਪਾ ਕਰਕੇ ਹੀ ਤੇਰੇ ਪ੍ਰੇਮ ਦੇ ਰਸ ਨੂੰ ਮਾਣਦੇ ਹਾਂ। ਘਟ ਘਾੜੇ ਅੰਤਰ ਤੁਮ ਹੈ ਸਮਾਣੇ। ਸਰੀਰਾਂ ਦੇ ਵਿੱਚ ਤੈਨੂੰ ਸਮਾਇਆ ਹੋਇਆ ਅਸੀਂ ਨਿਸ਼ਚੈ ਕੀਤਾ ਹੈ। ਹਰੀ ਕਿਰਪਾ ਤੇ ਜਪੀਐ ਨਾਉ। ਹੇ ਪ੍ਰਭੂ ਤੇਰੀ ਮਿਹਰ ਤੋਂ ਹੀ ਤੇਰਾ ਨਾਮ ਜਪੀਦਾ ਹੈ। ਸਾਧ ਸੰਗ ਤੁਮਰੇ ਗੁਣ ਗਾਓ। ਫਿਰ ਸ੍ਰੇਸ਼ਟ ਗੁਰਮੁਖ ਜਨਾਂ ਦੀ ਸੰਗਤ ਦੁਆਰਾ ਤੇਰੇ ਹੀ ਗੁਣਾਂ ਨੂੰ ਗਾਉਣਾ ਕਰੀਦਾ ਹੈ। ਤੁਮਰੀ ਦਇਆ ਤੇ ਹੋਏ ਦਰਦ ਬਿਨਾਸ਼। ਇਹ ਪ੍ਰਮਾਤਮਾ ਤੇਰੀ ਦਇਆ ਮਿਹਰ ਤੋਂ ਵਿਦਿਆਦਿਕ ਸਭ ਦਰਦ ਪੀੜਾਂ ਦਾ ਨਾਸ਼ ਹੋ ਜਾਂਦਾ ਹੈ। ਜਾ ਕੋ ਮੁਸ਼ਕਲ ਅਤ ਬਨੈ ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਨ ਸਾਖ ਪੇ ਭਜ ਖਲੇ। ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ ਲਗੇ ਨ ਤਤੀ ਵਾਓ। ਸਾਹਿਬ ਨਿਤਾਣਿਆ ਕਾ ਤਾਣ ਆਏ ਨ ਜਾਈ ਥਿਰ ਸਦਾ। ਗੁਰ ਸ਼ਬਦੀ ਹਰ ਜਾਨ ਰਹਾਉ। ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ। ਦਮੜਾ ਪੱਲੇ ਨਾ ਬਵੈ ਨਾ ਕੋ ਦੇਵੈ ਧੀਰ। ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਜਾਗੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਗੌਣ ਕਰੇ ਚੌਕੁੰਡ ਕਾ ਘੜੀ ਨ ਬੈਸਨ ਸੋਏ। ਚਿਤ ਆਵੇ ਉਸ ਪਾਰ ਬ੍ਰਹਮ ਤਾਂ ਮਨ ਤਨ ਸੀਤਲ ਹੋਏ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ ਰਹਾਉ। ਤੁਮਰੀ ਮਾਇਆ ਤੇ ਕਮਲ ਵਿਗਾਸ। ਇਹ ਮਹਾਰਾਜ ਤੇਰੀ ਮਾਇਆ ਤੇਰੀ ਦਇਆ ਤੋਂ ਦਰਦਾਂ ਪੀੜਾ ਨਾਸ਼ ਹੋ ਜਾਂਦੀਆਂ। ਪ੍ਰਤੱਖ ਦੁੱਖ ਰੋਗ ਸੰਤਾਪ ਉਤਰੇ। ਸੋਣੀ ਸੱਚੀ ਬਾਣੀ ਸੰਸਾਰ ਦੇ ਆਦਿ ਵਿਆਧੀ ਉਪਾਧੀ ਜੋ ਸਰੀਰਕ ਰੋਗ ਨੇ ਇਹ ਸਾਰੇ ਖਤਮ ਹੋ ਜਾਂਦੇ।
ਅਤੇ ਅਗਿਆਨ ਦਾ ਦੁੱਖ, ਅਵਿਦਿਆ ਦੀਆਂ ਦਰਦਾਂ ਵੀ ਨਾਸ਼ ਹੋ ਜਾਂਦੀਆਂ। ਫਿਰ ਤੇਰੀ ਹੀ ਕਿਰਪਾ ਤੋਂ ਹਿਰਦਾ ਰੂਪ ਕਮਲ, ਕਰੁਣਾ, ਮੁਦਤਾ, ਮੈਤਰੀ, ਉਪੇਖਿਆ ਆਦਿਕ ਪੰਖੜੀਆਂ ਦੇ ਸਹਿਤ ਖੇਡਾਉਂਦਾ ਹੈ ਜੀ। ਬਲਿਹਾਰ ਜਾਓ ਗੁਰਦੇਵ, ਮੈਂ ਆਪਣੇ ਗੁਰੂਦੇਵ ਪੂਜਨੀ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਧਾਰੈ। ਜਿਹੜਾ ਆਪ ਦਾ ਮੁਕਤ ਰੂਪ ਹੈ, ਪਰਮਾਤਮਾ ਦਾ ਰੂਪ ਹੈ, ਤੇ ਸਾਨੂੰ ਤਾਰਨ ਵਾਸਤੇ ਸੰਸਾਰ ਵਿੱਚ ਆਇਆ ਹੈ। ਵੇਖੋ, ਇੱਕ ਵੈਰਾਗੀ ਸਾਧੂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪ ਦਾ ਬੰਦਾ ਬਣਾ ਕੇ ਕਹਿਣ ਲੱਗਾ, ਜੀ ਮੈਂ ਤੁਹਾਡਾ ਬੰਦਾ। ਬੰਦੇ ਦਾ ਅਰਥ ਹੁੰਦਾ ਗੁਲਾਮ। ਗੁਲਾਮ ਦੇ ਕੋਲੋਂ ਜੋ ਮਰਜ਼ੀ ਕਰਾ ਲਓ। ਫਿਰ ਮਾਂ ਨੇ ਥਾਪੜਾ ਦਿੱਤਾ, ਕਹਿੰਦੇ ਚੱਲ ਫਿਰ ਬੰਦਾ ਬਣ, ਚੱਲ ਸ਼ਾਕ ਅੰਮ੍ਰਿਤ ਕਹਿੰਦਾ ਜੀ ਛਕਾਓ। ਫਿਰ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਆਖਿਆ, ਤੂੰ ਬਹਾਦਰ ਹੈ, ਆ ਫੜ ਸਾਡੇ ਤੀਰ ਤੇ ਚੱਲ ਜਾ ਪੰਜਾਬ ਦੇ ਵਿੱਚ ਸਾਹਿਬਜ਼ਾਦਿਆਂ ਦਾ ਬਦਲਾ ਲੈ। ਇੱਕ ਸਾਧੂ ਵੈਰਾਗੀ ਨੂੰ ਬੰਦਾ ਬਣਾਇਆ, ਬੰਦੇ ਤੋਂ ਬਹਾਦਰ ਬਣਾਇਆ, ਤੇ ਬਹਾਦਰੀ ਦੇ ਨਾਲ ਜਦ ਉਹਨੇ ਯੁੱਧ ਕੀਤਾ ਤੇ ਉਹਨੂੰ ਮਹਾਰਾਜ ਨੇ ਬਾਦਸ਼ਾਹ ਬਣਾ ਦਿੱਤਾ। ਇੱਕ ਵੇਖੋ, ਆਮ ਵਿਰਾਗੀ ਸਾਧੂ ਤੋਂ ਮਹਾਰਾਜ ਨੇ ਬਾਦਸ਼ਾਹ ਬਣਾ ਦਿੱਤਾ ਸਿੱਖ ਕੌਮ ਦਾ। ਜੇ ਕੋਈ ਤੁਹਾਨੂੰ ਸਵਾਲ ਕਰੇ ਕਿ ਸਭ ਤੋਂ ਪਹਿਲਾ ਬਾਦਸ਼ਾਹ ਕਿਹੜਾ ਹੋਇਆ, ਸੋ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਇਆ, ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਵਜੀਦੇ ਨੂੰ ਘੋੜੇ ਦੀਆਂ ਟਾਪਾਂ ਮਗਰ ਪਾ ਕੇ ਤੂੰ ਕੜੀਸ ਕੜੀਸ ਕੇ ਮਾਰਿਆ, ਔਰ ਬਾਬਾ ਬਾਜ ਸਿੰਘ ਜੀ ਨੂੰ ਇੱਥੋਂ ਦਾ ਗਵਰਨਰ ਥਾਪਿਆ। ਫਿਰ ਇਸ ਤੋਂ ਅੱਗੇ ਗਏ ਨੇ। ਉਸ ਤੋਂ ਬਾਅਦ ਹੀ ਫਿਰ ਮਿਸਲਾਂ ਕਾਇਮ ਹੋਈਆਂ ਸਿੱਖਾਂ ਦੇ ਜਥੇ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਸਤਾਰਾ ਚਮਕਿਆ, ਜਿਨੇ 40 ਸਾਲ ਧਰਮ ਦਾ ਰਾਜ ਕਰਕੇ ਦਿਖਾਇਆ। ਕਹਿੰਦੇ ਸਿੱਖ ਰਾਜ ਨਹੀਂ ਕਰ ਸਕਦੇ। ਕਿਉਂ ਨਹੀਂ ਰਾਜ ਕਰ ਸਕਦੇ? ਸਿੱਖਾਂ ਦੇ ਰਾਜ ਦੇ ਵਿੱਚ ਤਾਂ ਕੋਈ ਭੁੱਖਾ ਮਰਿਆ ਹੀ ਨਹੀਂ। ਬੰਦੇ ਸਿੰਘ ਬਹਾਦਰ ਨੇ ਵੇਖੋ ਕਿੰਨੇ ਜੱਟਾਂ ਨੂੰ ਜ਼ਮੀਨਾਂ ਦੇ ਹੱਕ ਦਿਵਾਏ। ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਗੁਰਦੁਆਰਿਆਂ ਨੂੰ ਜ਼ਮੀਨਾਂ ਅਲਾਟ ਕਰਕੇ ਤੇ ਜਿਹੜੇ ਗ੍ਰੰਥੀ ਸਿੰਘ ਸੀ ਉਹਨਾਂ ਦੇ ਗੁਜ਼ਾਰੇ ਦਾ, ਰਿਹਾਇਸ਼ ਦਾ ਪ੍ਰਬੰਧ ਕੀਤਾ। ਗਿਆਨੀ ਸੰਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਦਾ ਬੂੰਗਾ ਜੇ ਵੀ ਭੋਰੇ ਵਿੱਚੋਂ ਨਿਕਲਿਆ, ਜ਼ਮੀਨ ਦੋਜ਼ ਦੇ ਵਿੱਚੋਂ। ਤੋ ਇਸ ਤਰ੍ਹਾਂ ਸੋ ਇਹ ਮਹਾਰਾਜ ਦੀ ਕਿਰਪਾ ਹੋਈ ਹੈ। ਖਾਲਸੇ ਨੂੰ ਬਖਸ਼ਿਸ਼ਾਂ ਕੀਤੀਆਂ ਇਹੋ ਜਿਹੇ ਗੁਰਾਂ ਤੋਂ, ਬਲਿਹਾਰ ਜਾਈਏ। ਸਫਲ ਦਰਸ਼ਨ ਜਾ ਕੀ ਨਿਰਮਲ ਸੇਵਾ, ਜਿਸ ਗੁਰੂ ਦਾ ਦਰਸ਼ਨ ਸਹਿਤ ਗਿਆਨ ਫਲਦੇ ਹੈ। ਦਰਸ਼ਨ ਕਰਨ ਵਾਲਾ ਖਾਲੀ ਨਹੀਂ ਜਾਂਦਾ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਰ। ਅਤੇ ਮਹਾਰਾਜ ਕਹਿੰਦੇ ਜਾ ਕੀ ਨਿਰਮਲ ਸੇਵ, ਜਿਸ ਦੀ ਸੇਵਾ ਟਹਿਲ ਇਹ ਵੀ ਉਜਲ ਕਰਨੇ ਵਾਲੀ ਹੈ। ਦਇਆ ਕਰਹੁ ਠਾਕੁਰ ਪ੍ਰਭ ਮੇਰੇ। ਇਸ ਲਈ ਇਹੀ ਸਾਡੀ ਅਰਦਾਸ ਹੈ ਗਰੀਬਾਂ ਨਿਮਾਣਿਆਂ ਦੀ। ਇਹ ਮੇਰੇ ਠਾਕੁਰ ਮਾਲਕ ਪਰਮਾਤਮਾ, ਤੁਸੀਂ ਆਪਣੀ ਦਇਆ ਕਰੋ, ਆਪਣੀ ਮਿਹਰ ਕਰੋ, ਦਇਆ ਕਰੋ ਦਇਆਲ, ਆਪਣੀ ਸਿਫਤ ਦੇਹੋ। ਇੱਥੇ ਹਾਈ ਨੂੰ ਔਂਕੜ ਹੈ। ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ, ਇੱਥੇ ਹਾਹਾ ਮੁਕਤਾ ਹੈ। ਪਹਿਲਾਂ ਔਂਕੜ ਹੈ, ਫਿਰ ਮੁਕਤਾ ਹੈ। ਜਿੱਥੇ ਮੁਕਤਾ ਉੱਥੇ ਮੁਕਤਾ ਬੋਲਣਾ, ਜਿੱਥੇ ਔਂਕੜ ਉੱਥੇ ਔਂਕੜ ਵੀ ਬੋਲਣਾ ਹੈ। ਤੋ ਇਸ ਤਰ੍ਹਾਂ ਇਹ ਮਹਾਰਾਜ ਆਪ ਕਿਰਪਾ ਕਰੋ। ਦਇਆ ਕਰਹੁ ਠਾਕੁਰ ਪ੍ਰਭ ਮੇਰੇ। ਇਹ ਮੇਰੇ ਮਾਲਕ, ਮੇਰੇ ਵਾਹਿਗੁਰੂ, ਮੇਰੇ ਤੇ ਦਇਆ ਕਰੋ ਜੀ। ਆਪਣੀ ਸਿਫਤ ਕਰਨੀ ਸਾਨੂੰ ਬਖਸ਼ ਦੇਵੋ, ਆਪਣੇ ਦਰਸ਼ਨਾਂ ਦਾ ਦਾਨ ਦੇਵੋ। ਗਾਵੈ ਨਾਨਕ ਨਿਤ ਤੇਰੇ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਸ ਕਰਕੇ ਮੈਂ ਦਾਸ ਨਿਤਾ ਪ੍ਰਤੀ ਤੇਰੇ ਗੁਣਾਂ ਨੂੰ ਹਮੇਸ਼ਾ ਹੀ, ਦਿਨ ਨਾ ਵੇਖਾਂ ਰਾਤ ਨਾ ਵੇਖਾਂ। ਕਈ ਇਹ ਤਰਕ ਕਰਦੇ ਨੇ ਵੀ ਰੱਬ ਨੂੰ ਵੀ ਸੌਣ ਲੈਣ ਦਿਓ। ਮਹਾਰਾਜ ਤੇਰੇ ਚਰਨਾਂ 'ਚ ਅਰਦਾਸ ਹੈ ਮੈਂ ਦਿਨ ਰਾਤ ਤੇਰੇ ਗੁਣ ਗਾਵਾਂ। ਤਰਕਸ਼ੀਲ ਕਹਿੰਦੇ ਵੀ ਰੱਬ ਨੂੰ ਵੀ ਸੌਣ ਲੈਣ ਦਿਓ। ਤੁਸੀਂ ਵੇਖੋ ਰੇਲ ਗੱਡੀਆਂ ਦਿਨ ਰਾਤ ਨਹੀਂ ਚੱਲਦੀਆਂ। ਜੇ ਹਜੂਰ ਸਾਹਿਬ ਜਾਣਾ ਹੋਵੇ ਤੇ ਰੇਲ ਗੱਡੀ ਨੂੰ ਆਪਾਂ ਕਹੀਏ ਵੀ ਤੂੰ ਸੌਂ ਜਾ, ਜੇ ਰੇਲ ਗੱਡੀ ਸੌਂ ਗਈ ਤੇ ਆਪਾਂ ਕਿੱਥੇ ਜਾਣਾ, ਕਿਵੇਂ ਪਹੁੰਚਾਂਗੇ? ਕਲਕੱਤੇ, ਪਟਨਾ ਸਾਹਿਬ ਕਿਵੇਂ ਪਹੁੰਚਾਂਗੇ? ਦਿਨ ਰਾਤ ਚੱਲੂਗੀ ਤਾਂ ਹੀ ਪਹੁੰਚਾਂਗੇ।
ਜੇ ਰੇਲ ਗੱਡੀ ਦਾ ਡਰਾਈਵਰ ਸੌਂ ਗਿਆ ਫਿਰ ਤਾਂ ਸਾਡੀ ਸਤਿ ਸ੍ਰੀ ਅਕਾਲ ਹੋ ਗਈ। ਏਅਰਪੋਰਟ 'ਤੇ ਬੰਦਾ ਗਿਆ ਹੈ, ਪਹੁੰਚਣਾ ਅਮਰੀਕਾ ਹੈ, ਆਸਟ੍ਰੇਲੀਆ, ਉਹ ਪਰਾਂ ਦੂਸਰੇ ਪਾਸੇ। ਤੇ ਜੇ ਹਵਾਈ ਜਹਾਜ਼ ਨੂੰ ਕਹੇ ਵੀ ਤੂੰ ਸੌਂ ਜਾ, ਪਾਇਲਟ ਨੂੰ ਆ ਕੇ ਵੀ ਨੀਂਦ ਆਈ ਤੂੰ ਸੌਂ ਜਾ, ਵੀ ਰਾਤ ਪੈ ਗਈ, ਉੱਥੇ ਰਾਤ ਪੈਂਦੀ ਨਹੀਂ। ਟਾਈਮ ਕਿਤੇ ਕੁਛ ਹੈ ਕਿਤੇ ਕੁਛ ਹੈ। ਫਿਰ ਗੁਰਦੁਆਰੇ ਭਲਾ ਇਹ ਤਰਕ ਕਰਨ ਦੀ ਕੀ ਲੋੜ ਹੈ? ਠੀਕ ਹੈ, ਸਾਨੂੰ ਨੀਂਦ ਆਈ, ਆਪਾਂ ਸੌਂ ਸਕਦੇ ਹਾਂ, ਪਰ ਸਤਿਗੁਰੂ ਜਾਗਦਾ ਹੈ ਦਿਓ, ਇਹ ਤਾਂ ਦਿਨ ਰਾਤ ਜਾਗਦਾ ਹੈ। ਰੱਬ ਨੇ ਭਲਾ ਕਿਉਂ ਸੌਣਾ ਹੋਇਆ? ਸੱਚਖੰਡ ਦਾ ਕੀ ਪਤਾ ਕੀ ਟਾਈਮ ਹੈ? ਤੇ ਇਸ ਵਾਸਤੇ ਇਹ ਨਾਸਤਿਕ ਪੁਣੇ ਵਾਲੀਆਂ, ਨਸ਼ਰਤਿਕ ਪੁਣੇ ਵਾਲੀਆਂ ਗੱਲਾਂ ਕਰਕੇ ਆਪਦਾ ਮਨ ਘਟਾਉਣਾ ਨਹੀਂ ਚਾਹੀਦਾ। ਜਾਂ ਕਿਸੇ ਦੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਕੋਈ ਪੁੱਛੇ ਵੀ ਜਪਜੀ ਸਾਹਿਬ ਜਾਂ ਨਿਤਨੇਮ ਦਾ ਕੀ ਟਾਈਮ, ਮੈਂ ਤਾਂ ਇਹੀ ਬੇਨਤੀ ਕਰਦਾ, ਆ ਜਿਹੜੇ ਸਿਕਿਉਰਿਟੀ ਗਾਰਡ ਨੇ ਵਿਚਾਰੇ ਸਾਰੀ ਰਾਤ ਜਾਗਦੇ ਰਹਿੰਦੇ, ਉਹਨਾਂ ਘੜੀ ਆਰਾਮ ਵੀ ਕਰਨਾ ਹੁੰਦਾ। ਜਦੋਂ ਬੰਦਾ ਸੌਂ ਕੇ ਉੱਠੇ ਭਾਵੇਂ ਦੁਪਹਿਰੇ 12 ਵਜੇ, ਉਹਦਾ ਉਸੇ ਵੇਲੇ ਹੀ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਦਾ ਭਾਵ ਹੈ ਕਿ ਜਦੋਂ ਦਿਮਾਗ ਤੇ ਸਰੀਰ ਰਿਲੈਕਸ ਹੋ ਜਾਏ, ਤੁਸੀਂ ਨਹਾ ਧੋ ਕੇ ਰਿਲੈਕਸ ਹੋ ਗਏ ਹੋ, ਆਪਦਾ ਆਰਾਮ ਕਰਕੇ ਉਦੋਂ ਨਿਤਨੇਮ ਕਰ ਸਕਦੇ ਹੋ। 2 ਬਾਣੀਆਂ ਦਾ ਟਾਈਮ ਹੈ। ਮੈਂ ਤਾਂ ਹਰੇਕ ਨੂੰ ਇਹੀ ਬੇਨਤੀ ਕਰਦਾ, ਸਿਰਫ 2 ਬਾਣੀਆਂ, ਇੱਕ ਕੀਰਤਨ ਸੋਹਿਲਾ, ਉਹ ਸੌਣ ਲੱਗਿਆਂ ਪੜ੍ਹਨਾ, ਤੁਰੇ ਫਿਰਦਿਆਂ ਜਾਂ ਟਾਈਮੋਂ ਬੇਟਾਈਮ ਨਹੀਂ, ਤੇ ਦੂਸਰਾ ਸੋਧ ਰਹਿ ਰਸ ਦਾ ਪਾਠ। ਤੇ ਜੇ ਤੁਸੀਂ ਮੈਨੂੰ ਪੁੱਛੋ, ਮੈਂ ਤਾਂ ਇਹਨਾਂ ਦਾ ਵੀ ਟਾਈਮ ਵਧਾ ਘਟਾ ਲਈਦਾ। ਕਿਤੇ ਕੋਈ ਐਮਰਜੈਂਸੀ ਹੋਵੇ, ਸੋਦਰ ਦੀ ਪੌੜੀ ਪੜ੍ਹ ਲਓ, ਜਦੋਂ ਟਾਈਮ ਲੱਗੇ ਤੇ ਉਦੋਂ ਨਿਤਨੇਮ ਥੋੜ੍ਹਾ ਛੱਡਣਾ। ਜੇ ਨੀਂਦ ਆ ਗਈ ਹੈ ਜਾਂ ਰਾਤ ਸੁੱਤੇ ਹੀ ਨਹੀਂ, ਤਾਂ ਕੀਰਤਨ ਸੋਹਿਲਾ ਜਦੋਂ ਸੌਣ ਲੱਗੇ ਭਾਵੇਂ ਦੁਪਹਿਰੇ ਪੜ੍ਹ ਲਓ, ਮਤਲਬ ਆਸਣ ਦੇ ਬੈਠ ਕੇ ਆਰਾਮ ਨਾਲ ਪੜ੍ਹ ਲਓ, ਨਿਤਨੇਮ ਤਾਂ ਨਹੀਂ ਛੱਡੀਦਾ। ਇਸ ਲਈ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੇ ਵਾਹਿਗੁਰੂ, ਐਸੀ ਕਿਰਪਾ ਕਰੋ ਨਿਤਾ ਪ੍ਰਤੀ ਤੇਰੇ ਗੁਣ ਗਾਈਏ ਜੀ, ਤੇਰੇ ਨਾਮ ਨੂੰ ਜਪਣਾ ਕਰੀਏ ਜੀ, ਭੁੱਲ ਚੁੱਕ ਖਿਮਾ ਕਰੋ ਕਿ ਤੂੰ ਸਮਤ ਬਖਸ਼ੋ। ਬਲਿਹਾਰ ਜਾਓ ਗੁਰਦੇਵ, ਸਫਲ ਦਰਸ਼ਨ ਜਾ ਕੀ ਨਿਰਮਲ ਸੇਵ। ਦਇਆ ਕਰਹੁ ਠਾਕੁਰ ਪ੍ਰਭ ਮੇਰੇ, ਗੁਣ ਗਾਵੇ ਨਾਨਕ ਨਿਤ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸਬਦੋ ਤੰਗਾ ਵੋ ਹਰੀ ਕੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੀ, ਤੂੰ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ, ਸਮਾਨ